हाँ जी स्टूडेंट्स, आप ऑनलाइन क्लास ਦੇ ਵਿੱਚ ਜਿਹੜੇ ਪ੍ਰਿੰਸੀਪਲ ਸੀ ਡਾਇਰੈਕਟਿੰਗ ਦੇ ਉਹ ਪੜ੍ਹ ਲਏ ਸੀ। ਹੁਣ ਆਪਾਂ ਇਹਦੀ ਇੰਪੋਰਟੈਂਸ ਪੜ੍ਹਦੇ ਹਾਂ। ਫਸਟ ਪੁਆਇੰਟ ਹੈ ਇਨੀਸ਼ੀਏਸ਼ਨ ਆਫ ਐਕਸ਼ਨ ਆਫਟਰ ਪਲੈਨਿੰਗ ਆਰਗੇਨਾਈਜ਼ਿੰਗ ਐਂਡ ਸਟਾਫਿੰਗ। There is need for directing various functions and activities of the organization so that its objective may be achieved. So कहने planning, organizing and staffing ਕਰਨ ਤੋਂ ਬਾਅਦ ਸਾਨੂੰ directing ਦੀ ਲੋੜ ਪੈਂਦੀ ਆ। ਕਿਹੜੀ ਚੀਜ਼ ਨੂੰ ਅਸੀਂ direct ਕਰਨਾ? ਕਿਸੇ ਵੀ organization ਦੀਆਂ activities ਨੂੰ ਤੇ functions ਨੂੰ, ਤਾਂ ਕਿ ਅਸੀਂ objectives ਨੂੰ achieve ਕਰ ਸਕੀਏ। Under it, seniors give orders and instructions to the subordinates to get the organizational functions performed. So ਇਹਦੇ ਵਿੱਚ ਜਿਹੜੇ ਸੀਨੀਅਰ ਹੁੰਦੇ ਨੇ ਉਹ ਆਰਡਰ ਦਿੰਦੇ ਆ ਜਾਂ ਇੰਸਟਰਕਸ਼ਨਸ ਦਿੰਦੇ ਆ ਆਪਦੇ ਸਬੋਰਡੀਨੇਟਸ ਨੂੰ, ਸੋ ਜਿਹਦੇ ਨਾਲ ਕਿ ਜਿਹੜੀਆਂ ਆਰਗੇਨਾਈਜੇਸ਼ਨ ਦੇ ਕੰਮ ਨੇ ਉਹਨਾਂ ਨੂੰ ਪਰਫੋਰਮ ਕੀਤਾ ਜਾ ਸਕੇ। ਦ ਫੰਕਸ਼ਨਿੰਗ ਆਫ ਆਰਗੇਨਾਈਜੇਸ਼ਨ ਸਟਾਰਟਸ ਵਿਦ ਡਾਇਰੈਕਟਿੰਗ। ਕਿਸੇ ਵੀ ਕੰਮ ਜਿਹੜੀ ਆਰਗੇਨਾਈਜੇਸ਼ਨ ਵਿੱਚ ਕੰਮ ਦਾ ਹੋਣਾ ਜਿਹੜਾ ਸ਼ੁਰੂ ਹੋਣਾ ਵਾ ਉਹ ਡਾਇਰੈਕਟਿੰਗ ਤੋਂ ਹੀ ਸਟਾਰਟ ਹੁੰਦਾ ਹੈ। Next है अपने को second point, integration of individual efforts. The process of directing helps in the integration of individual efforts of various employees working in the organization. So ਜਿਹੜਾ directing ਦਾ process ਹੈ ਇਹ integrate ਕਰਦਾ। integrate ਹੁੰਦਾ ਜੋੜਦਾ ਵਾ ਬਹੁਤ ਸਾਰੇ individual ਦੇ efforts ਨੂੰ, ਬਹੁਤ ਸਾਰੇ ਜਿਹੜੇ employees ਕਿਸੇ organization 'ਚ ਕੰਮ ਕਰ ਰਹੇ ਹੁੰਦੇ ਆ। As a consequence of orders and directions given under the process of directing, all the employees work as an organized unit on the basis of cooperation and coordination. So consequence ਹੁੰਦਾ as a result। ਹੁਣ ਜਿਵੇਂ ਜਿਵੇਂ ਸੀਨੀਅਰ ਆਰਡਰ ਤੇ ਡਾਇਰੈਕਸ਼ਨਸ ਦਿੰਦੇ ਨੇ, ਠੀਕ ਆ, ਡਾਇਰੈਕਟਿੰਗ ਕਰਦੇ ਸਮੇਂ, ਤਾਂ ਜਿੰਨੇ ਵੀ EMPLOYE ਨੇ ਉਹ ਇੱਕ ਆਰਗੇਨਾਈਜ਼ਡ ਯੂਨਿਟ ਦੇ ਫਾਰਮ ਦੇ ਵਿੱਚ ਇੱਕ ਦੂਜੇ ਨੂੰ ਕੋਆਪਰੇਟ ਕਰਦੇ, ਇੱਕ ਦੂਜੇ ਨੂੰ ਸਹਿਯੋਗ ਦੇ ਕੇ ਵਰਕ ਨੂੰ ਪਰਫੋਰਮ ਕਰਦੇ ਆ। ਕੌਨਸੀਕੁਐਂਟਲੀ ਆਰਗੇਨਾਈਜੇਸ਼ਨ ਸਕਸੀਡਸ ਇਨ ਅਟੇਨਿੰਗ ਇਟਸ ਆਬਜੈਕਟਿਵਸ। ਸੋ ਇਹਦੇ ਨਾਲ ਕੀ ਆ, ਆਰਗੇਨਾਈਜੇਸ਼ਨ ਆਪਦੇ ਆਬਜੈਕਟਿਵਸ ਨੂੰ ਅਚੀਵ ਕਰ ਲੈਂਦੀ ਆ। ਥਰਡ ਪੁਆਇੰਟ ਹੈ ਸੋਰਸ ਆਫ ਮੋਟੀਵੇਸ਼ਨ। Directing is also a source of motivation for employees. Directing ਦੇ ਹੈਲਪ ਨਾਲ ਅਸੀਂ employees ਨੂੰ motivate ਕਰ ਸਕਦੇ ਹਾਂ, ਉਤਸ਼ਾਹਿਤ ਕਰ ਸਕਦੇ ਹਾਂ। Under it, employees can be motivated to work with a high level efficiency. ਇਹਦੇ ਨਾਲ ਆਪਾਂ employees ਨੂੰ motivate ਕਰ ਸਕਦੇ ਹਾਂ ਜਿੰਨਾ ਉਹ ਵੱਧ ਤੋਂ ਵੱਧ ਆਪਦਾ efficiency ਨਾਲ ਕੰਮ ਕਰ ਸਕਣਗੇ। Efficient and effective leadership of the seniors is in fact a source of motivation for the employees. So ਜਿਹੜੇ ਸੀਨੀਅਰ ਹੁੰਦੇ ਆ ਉਹਨਾਂ ਦੇ ਵਿੱਚ ਜੇ ਉਹ ਐਫੀਸ਼ੀਐਂਟਲੀ ਅਤੇ ਇਫੈਕਟਿਵ ਤਰੀਕੇ ਨਾਲ ਲੀਡ ਕਰਦੇ ਆ ਆਪਦੇ ਇੰਪਲੋਈਜ਼ ਨੂੰ, ਤਾਂ ਉਹੀ ਇੱਕ ਮੋਟੀਵੇਸ਼ਨ ਦਾ ਸੋਰਸ ਬਣਦਾ ਹੈ। ਨੈਕਸਟ ਹੈ ਆਪਣੇ ਕੋਲ ਹੈਲਪਫੁਲ ਇਨ ਫੈਸਿਲੀਟੇਟਿੰਗ ਚੇਂਜ। ਐਵਰੀ ਆਰਗੇਨਾਈਜੇਸ਼ਨ ਹੈਜ਼ ਟੂ ਅਡੈਪਟ ਸੈਵਰਲ ਚੇਂਜਸ ਇਨ ਅਕੋਰਡੈਂਸ ਵਿਦ ਟਾਈਮ ਐਂਡ ਸਰਕਮਸਟਾਂਸਿਸ। ਹਰ ਇੱਕ ਆਰਗੇਨਾਈਜੇਸ਼ਨ ਨੂੰ ਬਹੁਤ ਸਾਰੀਆਂ ਆਪਦੇ ਵਿੱਚ ਟਾਈਮ ਅਤੇ ਹਾਲਾਤ ਦੇ ਹਿਸਾਬ ਨਾਲ ਚੇਂਜਸ ਕਰਨੀਆਂ ਪੈਂਦੀਆਂ, ਅਡੋਪਟ ਕਰਨੀਆਂ ਪੈਂਦੀਆਂ ਚੇਂਜਸ। ਬਟ ਇੰਪਲੋਈਜ਼ ਜਨਰਲੀ ਅਪੋਜ਼ ਦਾ ਚੇਂਜਸ। ਬਟ ਜਿਹੜੇ ਇੰਪਲੋਈ ਹੁੰਦੇ ਆ ਉਹ ਹਮੇਸ਼ਾ ਉਹਨਾਂ ਚੇਂਜਸ ਦਾ ਵਿਰੋਧ ਕਰਦੇ ਆ। ਅੰਡਰ ਦਾ ਪ੍ਰੋਸੈਸ ਆਫ ਡਾਇਰੈਕਟਿੰਗ, ਰੈਜ਼ਿਸਟੈਂਸ ਟੂ ਚੇਂਜ ਕੈਨ ਬੀ ਮਿਨੀਮਾਈਜ਼ਡ ਥਰੂ ਐਡਵਾਈਸ। ਸੋ ਡਾਇਰੈਕਟਿੰਗ ਦੀ ਹੈਲਪ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਉਹਨਾਂ ਨੂੰ ਐਡਵਾਈਸ ਦੇ ਸਕਦੇ ਹਾਂ, ਉਹਨਾਂ ਨੂੰ ਸਲਾਹ ਦੇ ਸਕਦੇ ਹਾਂ, ਐਂਡ ਜਿਹੜੀ ਉਹਨਾਂ ਦੀ ਰੁਕਾਵਟ ਆ ਵੀ ਅਸੀਂ ਚੇਂਜ ਨਹੀਂ ਹੋਣ ਦੇਣੀ, ਉਸ ਨੂੰ ਅਸੀਂ ਮਿਨੀਮਾਈਜ਼ ਕਰ ਸਕਦੇ ਹਾਂ। ਮੋਟੀਵੇਸ਼ਨ, ਲੀਡਰਸ਼ਿਪ, ਡਿਸਕਸ਼ਨ ਐਂਡ ਕਮਿਊਨੀਕੇਸ਼ਨ, ਇਹ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਉਹਨਾਂ ਨੂੰ ਆਪਦੇ ਫੇਵਰ 'ਚ ਕਰ ਸਕਦੇ ਹਾਂ। ਹੈਂਸ ਚੇਂਜ ਕੈਨ ਬੀ ਬਰੋਟ ਅਬਾਊਟ ਈਜ਼ੀਲੀ। ਤਾਂ ਆਪਾਂ ਈਜ਼ੀਲੀ ਚੇਂਜਸ ਕਰ ਸਕਦੇ ਹਾਂ ਡਾਇਰੈਕਟਿੰਗ ਦੀ ਹੈਲਪ ਨਾਲ। ਨੈਕਸਟ ਫਿਫਥ ਪੁਆਇੰਟ ਹੈ ਸਟੇਬਿਲਿਟੀ ਐਂਡ ਬੈਲੈਂਸ ਇਨ ਦ ਆਰਗੇਨਾਈਜੇਸ਼ਨ। ਵਿਦ ਦ ਹੈਲਪ ਆਫ ਦ ਪ੍ਰੋਸੈਸ ਆਫ ਡਾਇਰੈਕਟਿੰਗ, functions of the organization can be directed towards the achievement of its goals. ਸੋ ਡਾਇਰੈਕਟਿੰਗ ਦੀ ਹੈਲਪ ਦੇ ਨਾਲ ਅਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਜਿਹੜੇ ਕੰਮ ਆ ਉਹਨਾਂ ਨੂੰ ਇੱਕ ਗੋਲਸ ਨੂੰ ਅਚੀਵ ਕਰਨ ਵਾਲੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਸਕਦੇ ਹਾਂ। ਡਾਇਰੈਕਟਿੰਗ ਆਲਸੋ helps in enhancing coordination, cooperation among the employees. This brings stability and balance in the organization. ਜਿਹੜੀ ਡਾਇਰੈਕਟਿੰਗ ਹੈ ਇਹਦੀ ਹੈਲਪ ਨਾਲ ਕੋਆਰਡੀਨੇਸ਼ਨ ਅਤੇ ਕੋਆਪਰੇਸ਼ਨ ਵੱਧਦੀ ਆ, ਤਾਲਮੇਲ ਵੱਧਦਾ, ਸਹਿਯੋਗ ਵੱਧਦਾ ਵਾ, ਠੀਕ ਆ, ਐਂਡ ਇਹਦੇ ਨਾਲ ਸਟੇਬਿਲਿਟੀ ਆਉਂਦੀ ਆ ਆਰਗੇਨਾਈਜੇਸ਼ਨ ਦੇ ਵਿੱਚ। ਨੈਕਸਟ ਹੈ ਆਪਣੇ ਕੋਲੇ improvement in efficiency. Under the process of directing, employees get directions to perform their functions in a specific way. ਡਾਇਰੈਕਟਿੰਗ ਪ੍ਰੋਸੈਸ ਦੇ ਵਿੱਚ ਜਿਹੜੇ ਇੰਪਲੋਈਜ਼ ਉਹਨਾਂ ਨੂੰ ਡਾਇਰੈਕਸ਼ਨਸ ਮਿਲਦੀਆਂ ਵੀ ਕਿਸੇ ਕੰਮ ਨੂੰ ਕਿਵੇਂ ਇੱਕ ਸਪੈਸੀਫਿਕ ਤਰੀਕੇ ਨਾਲ ਕਰਨਾ। ਦਿਸ ਬ੍ਰਿੰਗਸ ਯੂਨਿਟੀ ਆਫ ਡਾਇਰੈਕਸ਼ਨ। ਇਹਦੇ ਨਾਲ ਕੰਮ ਕਰਨ ਦੇ ਵਿੱਚ ਵੀ ਯੂਨਿਟੀ ਆਉਂਦੀ ਆ, ਕੋਆਪਰੇਸ਼ਨ ਅਤੇ ਕੋਆਰਡੀਨੇਸ਼ਨ ਇੰਕਰੀਜ਼ ਹੁੰਦਾ ਆਰਗੇਨਾਈਜੇਸ਼ਨ ਦੇ ਵਿੱਚ। ਜਿਹੜੇ ਇੰਪਲੋਈਜ਼ ਆ ਮੋਟੀਵੇਟ ਹੁੰਦੇ ਆ, ਐਂਡ ਜਿਹੜੀ ਲੀਡਰਸ਼ਿਪ ਆ ਇਹਨਾਂ ਦੇ ਸੀਨੀਅਰਸ ਦੀ ਉਹ ਵੀ ਉਹਨਾਂ ਨੂੰ ਪ੍ਰੋਪਰਲੀ ਮਿਲਦੀ ਆ, ਠੀਕ ਆ। ਸੋ ਡਿਊ ਟੂ ਆਲ ਥੀਸ ਰੀਜ਼ਨਸ ਜਿਹੜੀ ਐਫੀਸ਼ੀਐਂਸੀ ਆ ਉਹਨਾਂ ਦੀ ਉਸ ਆਰਗੇਨਾਈਜੇਸ਼ਨ ਦੀ, ਉਸ ਆਰਗੇਨਾਈਜੇਸ਼ਨ ਦੇ ਇੰਪਲੋਈਜ਼ ਦੀ, ਉਹ ਇੰਪਰੂਵ ਹੋ ਜਾਂਦੀ ਆ। Next है अपने achievement of organizational objectives. Directing results in the optimum use of physical and human resources of the organization.
ਡਾਇਰੈਕਟਿੰਗ ਦੀ ਹੈਲਪ ਦੇ ਨਾਲ ਅਸੀਂ ਸਹੀ ਯੂਜ਼ ਕਰ ਸਕਦੇ ਹਾਂ ਫਿਜ਼ੀਕਲ ਰਿਸੋਰਸਿਸ ਦਾ, ਜਿਵੇਂ ਮਸ਼ੀਨਾਂ ਹੋ ਗਈਆਂ ਜਾਂ ਆਪਣੇ ਕੋਲ ਰॉ ਮਟੀਰੀਅਲ ਹੋ ਗਿਆ, ਐਂਡ ਹਿਊਮਨ ਬੀਇੰਗਸ ਦਾ ਵੀ ਸਹੀ ਯੂਜ਼ ਕਰ ਸਕਦੇ ਹਾਂ। ਸੋ ਦਸ ਆਪਾਂ ਕਹਿ ਸਕਦੇ ਹਾਂ ਕਿ ਇਹ ਡਾਇਰੈਕਟਿੰਗ ਆ ਇਹ ਇੰਪਰੂਵ ਕਰਦੀ ਆ ਫੰਕਸ਼ਨਲ ਐਫੀਸ਼ੀਐਂਸੀ ਕਿਸੇ ਵੀ ਆਰਗੇਨਾਈਜੇਸ਼ਨ ਦੀ, ਠੀਕ ਆ। ਸੋ ਇਹਦਾ ਰਿਜ਼ਲਟ ਕੀ ਹੁੰਦਾ, ਆਰਗੇਨਾਈਜੇਸ਼ਨ ਬਿਕਮ ਸਕਸੈਸਫੁਲ ਇਨ ਅਚੀਵਿੰਗ ਇਟਸ ਆਬਜੈਕਟਿਵਸ, ਮਤਲਬ ਕੰਮ ਕਰਨ ਦੀ ਜਿਹੜੀ ਐਫੀਸ਼ੀਐਂਸੀ ਆ ਉਸ ਸੰਸਥਾ ਦੇ ਇੰਪਲੋਈਜ਼ ਦੀ ਇੰਪਰੂਵ ਹੁੰਦੀ ਆ, ਐਂਡ ਜਿਹੜੀ ਉਹ ਆਰਗੇਨਾਈਜੇਸ਼ਨ ਆ ਉਹ ਸੰਸਥਾ ਉਹ ਆਪਦੇ ਆਬਜੈਕਟਿਵ ਅਚੀਵ ਕਰਨ ਦੇ ਵਿੱਚ ਸਕਸੈਸਫੁਲ ਹੋ ਜਾਂਦੀ ਹੈ। ਲਾਸਟ ਪੁਆਇੰਟ ਹੈ ਇੰਪਰੂਵਮੈਂਟ ਇਨ ਆਰਗੇਨਾਈਜੇਸ਼ਨਲ ਕੋਆਰਡੀਨੇਸ਼ਨ ਐਂਡ ਕੋਆਪਰੇਸ਼ਨ। The process of directing ensures efficient and effective communication in the organization। ਸੋ ਜਿਹੜੀ ਡਾਇਰੈਕਟਿੰਗ ਹੈ ਇਹਦੀ ਹੈਲਪ ਦੇ ਨਾਲ ਪ੍ਰੋਪਰ ਗੱਲਬਾਤ ਹੁੰਦੀ ਹੈ ਆਰਗੇਨਾਈਜੇਸ਼ਨ ਦੇ ਵਿੱਚ। ਅੰਡਰ ਇਟ ਸਟ੍ਰੈਟੇਜਿਕ ਯੂਜ਼ ਆਫ ਇਨਫੋਰਮਲ ਆਰਗੇਨਾਈਜੇਸ਼ਨਸ ਪ੍ਰੈਜ਼ੈਂਟ ਇਨ ਦਾ ਆਰਗੇਨਾਈਜੇਸ਼ਨ ਇਜ਼ ਆਲਸੋ ਪੋਸੀਬਲ। ਸੋ ਇਹਦੇ ਵਿੱਚ ਕੀ ਹੁੰਦਾ ਵਾ, ਸਟ੍ਰੈਟੇਜਿਕ ਤਰੀਕੇ ਨਾਲ, ਸਹੀ ਤਰੀਕੇ ਨਾਲ ਜੇ ਆਪਾਂ ਇਨਫੋਰਮਲ ਆਰਗੇਨਾਈਜੇਸ਼ਨਸ ਨੂੰ ਵੀ ਵਰਤਦੇ ਹਾਂ ਆਪਦੀ ਸੰਸਥਾ ਦੇ ਵਿੱਚ, ਤਾਂ ਉਹਦੇ ਨਾਲ ਵੀ ਅਸੀਂ ਆਰਗੇਨਾਈਜੇਸ਼ਨ ਦੇ ਲਈ ਕਾਫੀ ਬੈਨੀਫਿਟਸ ਆਪਾਂ ਅਚੀਵ ਕਰ ਸਕਦੇ ਹਾਂ। ਸੋ ਐਜ਼ ਅ ਰਿਜ਼ਲਟ ਦੇਅਰ ਇਜ਼ ਇੰਪਰੂਵਮੈਂਟ ਇਨ ਕੋਆਰਡੀਨੇਸ਼ਨ ਐਂਡ ਕੋਆਪਰੇਸ਼ਨ ਇਨ ਦਾ ਆਰਗੇਨਾਈਜੇਸ਼ਨ। ਸੋ ਇਸ ਤਰੀਕੇ ਨਾਲ ਅਸੀਂ ਆਪਦੀ ਆਰਗੇਨਾਈਜੇਸ਼ਨ ਦੇ ਵਿੱਚ ਕੋਆਰਡੀਨੇਸ਼ਨ ਲਿਆ ਸਕਦੇ ਹਾਂ, ਐਂਡ ਮਤਲਬ ਤਾਲਮੇਲ ਲਿਆ ਸਕਦੇ ਹਾਂ, ਐਂਡ ਕੋਆਪਰੇਸ਼ਨ ਲਿਆ ਸਕਦੇ ਹਾਂ, ਮਤਲਬ ਸਹਿਯੋਗ ਲਿਆ ਸਕਦੇ ਹਾਂ। ਠੀਕ ਹੈ ਜੀ।